मैं ਫੋਕਸ ਟਾਈਮ ਇੰਡੀਆ ਤੋਂ ਜਗਦੀਪ ਧਵਨ ਅੱਜ ਤੁਹਾਡੇ ਨਾਲ ਇੱਕ ਅਜਿਹੀ ਸ਼ਖਸੀਅਤ ਨੂੰ ਰੂਬਰੂ ਕਰਾਉਣ ਜਾ ਰਿਹਾ ਜਿਨ੍ਹਾਂ ਨੇ ਸਿਰਫ ਮਲੋਟ ਦਾ ਨਹੀਂ, ਪੰਜਾਬ ਦਾ ਨਹੀਂ, ਪੂਰੇ ਇੰਡੀਆ ਦਾ ਨਾਮ ਇੰਟਰਨੈਸ਼ਨਲ ਤੌਰ ਤੇ ਰੋਸ਼ਨ ਕੀਤਾ ਤੇ ਕਈ ਅਵਾਰਡ ਜਿੱਤ ਕੇ ਆਪਣੇ ਆਪ ਨੂੰ ਇੱਕ ਅਜਿਹੀ ਪਦਵੀ ਤੇ ਪਹੁੰਚਾ ਦਿੱਤਾ ਹੈ ਜਿੱਥੇ ਜਿਹੜੀ ਪਦਵੀ ਤੇ ਪਹੁੰਚਣ ਨੂੰ ਹਰ ਕੋਈ ਸ਼ਖਸ ਉਹਦਾ ਸੁਪਨਾ ਹੀ ਹੁੰਦਾ ਹੈ। ਇਹਨਾਂ ਨੇ ਇੰਨੇ ਅਵਾਰਡ ਜਿੱਤੇ ਨੇ ਕਿ ਮੈਂ ਜੇ ਅੱਜ ਹੁਣ ਗਿਣਾਉਣ ਲੱਗ ਪਵਾਂ ਤੇ ਸ਼ਾਇਦ ਸ਼ਾਮ ਤੱਕ ਤੁਹਾਨੂੰ ਇਹਨਾਂ ਦੇ ਅਵਾਰਡਾਂ ਦੀ ਗਿਣਤੀ ਤੱਕ ਪੂਰੀ ਨਾ ਹੋਵੇ। ਆਓ ਜੀ ਤੁਹਾਨੂੰ ਰੂਬਰੂ ਕਰਾਉਣ ਜਾ ਰਹੇ ਹਾਂ ਮਿਸਟਰ ਆਰ.ਕੇ. ਉੱਪਲ ਜੀ ਨਾਲ। ਨਮਸਕਾਰ, ਮੇਰੇ ਵੱਲੋਂ ਫੋਕਸ ਟਾਈਮ ਇੰਡੀਆ ਦੀ ਸਾਰੀ ਟੀਮ ਨੂੰ, ਖਾਸ ਤੌਰ ਤੇ ਜਗਦੀਪ ਧਵਨ, ਉਹਨਾਂ ਦੇ ਸਾਥੀ ਗੋਲਡੀ ਨੂੰ ਨਮਸਕਾਰ। ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਨਮਸਕਾਰ। ਅੱਜ ਮੈਂ ਆਪਣੇ ਆਪ ਨੂੰ ਬੜਾ ਖੁਸ਼ ਨਸੀਬ ਮਹਿਸੂਸ ਕਰ ਰਿਹਾ ਹਾਂ ਕਿ ਮੇਰੀਆਂ ਅਚੀਵਮੈਂਟਸ ਦੇ ਬਾਰੇ ਉਹ ਮੇਰੀ ਅੱਜ ਇੱਕ ਇੰਟਰਵਿਊ ਕਰਨ ਆ ਰਹੇ ਹੈ। ਮੈਨੂੰ ਪੂਰੀ ਉਮੀਦ ਹੈ ਤੁਸੀਂ ਸਾਰਾ ਇੰਜੋਏ ਕਰੋਗੇ। ਥੈਂਕ ਯੂ ਸੋ ਮਚ। ਸ਼੍ਰੀ ਆਰ.ਕੇ. ਉੱਪਲ ਜੀ, ਤੁਸੀਂ ਇੰਨੀ ਵੱਡੀ ਉੱਚੀ ਪੌੜੀ ਤੇ ਪਹੁੰਚ ਚੁੱਕੇ ਹੋ ਤੇ ਕਈ ਲੋਕਾਂ ਨਾਲ ਡਿਬੇਟ ਕਰਨ ਦੇ ਬਾਵਜੂਦ ਵੀ ਉਹਨਾਂ ਤੋਂ ਵੀ ਪਤਾ ਲੱਗ ਚੁੱਕਿਆ ਤੁਸੀਂ ਇਸ ਟਾਈਮ ਮਲੋਟ ਦੇ ਕੋਹੀਨੂਰ ਹੀਰੇ ਵਜੋਂ ਜਾਣੇ ਹੋ ਤੇ ਇਹਦੇ ਬਾਰੇ ਤੁਸੀਂ ਸਾਨੂੰ ਕੀ ਕਹਿਣਾ ਚਾਹੋਗੇ? ਦੇਖੋ ਜਗਦੀਪ ਜੀ, ਮੈਂ 1987 ਦੇ ਵਿੱਚ ਡੀਏਵੀ ਕਾਲਜ ਮਲੋਟ ਜੁਆਇਨ ਕੀਤਾ ਐਜ਼ ਅਸਿਸਟੈਂਟ ਪ੍ਰੋਫੈਸਰ। ਪਹਿਲਾਂ ਅਸੀਂ ਬਿਲਕੁਲ ਐਡ ਹੌਕ ਕੰਮ ਕੀਤਾ। ਮੈਨੂੰ ਇਹ ਵੀ ਦੱਸਦਿਆਂ ਕੋਈ ਮੈਂ ਸ਼ਰਮ ਮਹਿਸੂਸ ਨਹੀਂ ਕਰਦਾ ਕਿ ਅਸੀਂ 6000 ਰੁਪਏ ਦੇ ਡੀਏਵੀ ਕਾਲਜ ਮਲੋਟ ਦੇ ਜੌਬ ਸ਼ੁਰੂ ਕੀਤੀ। ਹੌਲੀ ਹੌਲੀ ਕਰਦਿਆਂ ਪਰਮਾਤਮਾ ਦਾ ਮਿਹਰ ਭਰਿਆ ਹੱਥ ਰਿਹਾ ਤੇ ਅਸੀਂ ਅੱਜ ਘੱਟੋ ਘੱਟ 1.5 ਲੱਖ ਤੋਂ ਜ਼ਿਆਦਾ ਸੈਲਰੀ ਲੈ ਰਹੇ। ਅਸੀਂ ਡੀਏਵੀ ਕਾਲਜ ਮਲੋਟ ਦੀ ਔਰ ਡੀਏਵੀ ਮੈਨੇਜਿੰਗ ਕਮੇਟੀ ਨਿਊ ਦਿੱਲੀ ਦੀ ਇਤਨੀ ਦੇਣ ਹੈ ਸਾਡੀ ਜ਼ਿੰਦਗੀ ਦੇ ਵਿੱਚ ਕਿ ਅੱਜ ਜੇ ਸਾਡਾ ਜੀਵਨ ਬਣਿਆ ਉਹ ਡੀਏਵੀ ਕਾਲਜ ਮਲੋਟ ਕਰਕੇ ਬਣਿਆ। ਮੇਰੀ ਜ਼ਿੰਦਗੀ ਦੇ ਵਿੱਚ ਇੱਕੋ ਹੀ ਧਾਰਨਾ ਸੀ ਕਿ ਕਦੇ ਵੀ ਕੋਈ ਜਿਹੜੀ ਜਗ੍ਹਾ ਹੈ ਉਹ ਛੋਟੀ ਨਹੀਂ ਹੁੰਦੀ। ਇਨਸਾਨ ਦੀ ਜਿਹੜੀ ਸੋਚ ਹੈ ਉਹ ਬੜੀ ਹੋਣੀ ਚਾਹੀਦੀ ਹੈ। ਇਸੇ ਧਾਰਨਾ ਨੂੰ ਮੁੱਖ ਰੱਖਦਿਆਂ ਹੋਇਆਂ ਮੈਂ ਜਗਦੀਪ ਜੀ ਡੀਏਵੀ ਕਾਲਜ ਮਲੋਟ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ। 2003 ਦੇ ਵਿੱਚ ਮੈਂ ਆਪਣੀ PhD ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਇਕਨੋਮਿਕਸ ਦੇ ਵਿੱਚ ਕੰਪਲੀਟ ਕੀਤੀ। ਆਫਟਰ ਦੈਟ ਇਮੀਡੀਏਟਲੀ ਮੈਂ ਡੀ.ਲਿਟ, ਜਿਸ ਨੂੰ ਕਿ ਐਜੂਕੇਸ਼ਨ ਦੇ ਵਿੱਚ ਸਭ ਤੋਂ ਬੜੀ ਡਿਗਰੀ ਮੰਨਿਆ ਜਾਂਦਾ ਹੈ, ਉਹ ਉਤਕਲ ਯੂਨੀਵਰਸਿਟੀ ਭੁਵਨੇਸ਼ਵਰ ਤੋਂ ਸ਼ੁਰੂ ਕੀਤੀ। ਸਟਿਲ ਇਟ ਇਜ਼ ਏ ਕੰਟੀਨਿਊ। ਮੈਨੂੰ ਇਹ ਵੀ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਇਸ ਮੰਜ਼ਿਲ 'ਤੇ ਜਦੋਂ ਕਿ ਅਸੀਂ ਲਗਭਗ ਰਿਟਾਇਰਮੈਂਟ ਦੇ ਨੇੜੇ ਆ ਪਹੁੰਚੇ ਹਾਂ, ਇਤਨਾ ਕੰਮ ਕੀਤਾ, ਦਿਲ ਭਰ ਕੇ ਕੀਤਾ ਕਿ ਅੱਜ ਅਸੀਂ ਆਪਣੇ ਕੰਮ ਤੋਂ ਬਿਲਕੁਲ ਸੈਟਿਸਫਾਈਡ। ਮੈਨੂੰ ਇਹ ਗੱਲ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਡੀਏਵੀ ਕਾਲਜ ਮਲੋਟ ਦੇ ਵਿੱਚ ਰਹਿ ਕੇ ਮੈਂ ਖੁਦ PhD ਨਹੀਂ ਕੀਤੀ, ਰੈਦਰ ਮੈਂ 11 ਬੱਚਿਆਂ ਨੂੰ PhD ਕਰਵਾਈ ਤੇ ਅੱਜ ਉਹ ਬਹੁਤ ਅੱਛੀਆਂ ਇੰਸਟੀਟਿਊਸ਼ਨ ਦੇ ਵਿੱਚ ਆਪਣੀਆਂ ਸਰਵਿਸਿਜ਼ ਦੇ ਰਹੇ ਨੇ ਔਰ 72 ਸਟੂਡੈਂਟ ਇਸ ਕਾਲਜ ਦੇ ਵਿੱਚ ਰਹਿ ਕੇ ਮੇਰੇ ਕੋਲੋਂ ਵੱਖ-ਵੱਖ ਯੂਨੀਵਰਸਿਟੀਆਂ ਤੋਂ MPhil ਦੀ ਡਿਗਰੀ ਪ੍ਰਾਪਤ ਕਰ ਚੁੱਕੇ ਨੇ। ਮੈਂ ਕੋਰਸ ਦੇ ਵਿੱਚ ਸ਼ਾਮਲ ਕਰਵਾਇਆ, ਜਿਸ ਦਾ ਮੈਨੂੰ ਵੀ ਬੜਾ ਫਖਰ ਮਹਿਸੂਸ ਹੁੰਦਾ ਜਦੋਂ ਮੈਂ ਗੱਲ ਦੱਸਦਾ। ਔਰ ਕੱਲਾ ਆਰ.ਕੇ. ਉੱਪਲ ਦਾ ਨਾਮ ਵਰਲਡ ਬੁੱਕ ਰਿਕਾਰਡ ਦੇ ਵਿੱਚ ਨਹੀਂ ਆਉਂਦਾ, ਸਾਰੇ ਮਲੋਟ ਦਾ ਨਾਮ ਵੀ ਉਸ ਮੈਪ ਦੇ ਵਿੱਚ ਆਉਂਦਾ ਹੈ। ਉਸ ਤੋਂ ਬਾਅਦ ਮੈਂ ਇਸੇ ਸ਼ਹਿਰ ਦੇ ਵਿੱਚ ਰਹਿ ਕੇ, ਇਹ ਗੱਲ ਮੈਂ ਤੁਹਾਨੂੰ ਪਹਿਲਾਂ ਕਹੀ ਹੈ ਕਿ ਕਦੇ ਵੀ ਜਗ੍ਹਾ ਛੋਟੀ ਨਹੀਂ ਹੁੰਦੀ। ਮੈਂ UGC ਔਰ ICSSR ਦੇ 7 ਮੇਜਰ ਰਿਸਰਚ ਪ੍ਰੋਜੈਕਟ ਕੀਤੇ ਔਰ ਮੈਨੂੰ ਇਹ ਵੀ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ 7 ਦੇ 7 ਪ੍ਰੋਜੈਕਟ ਮੈਂ ਬੈਂਕਿੰਗ ਦੇ ਉੱਪਰ ਕੀਤੇ ਔਰ ਰਿਜ਼ਰਵ ਬੈਂਕ ਆਫ ਇੰਡੀਆ ਤੇ ਡਿਪਟੀ ਗਵਰਨਰ ਸਨ, ਉਹਨਾਂ ਨੇ ਮੈਨੂੰ ਬਹੁਤ ਐਪਰੀਸ਼ੀਏਟ ਕੀਤਾ। ਵਰਲਡ ਦੇ ਵਿੱਚ ਕੋਈ ਐਸਾ ਪਰਸਨ ਨਹੀਂ ਜਿਸ ਨੇ ਕੰਟੀਨਿਊਸਲੀ 7 ਪੋਸਟ ਡਾਕਟਰੇਟ ਮੇਜਰ ਰਿਸਰਚ ਪ੍ਰੋਜੈਕਟ ਕੀਤੇ ਹੋਣ, ਪਰੰਤੂ ਮੈਨੂੰ ਤੁਹਾਡੇ ਸਭ ਦੀਆਂ ਦੁਆਵਾਂ ਦੇ ਨਾਲ ਇਸੇ ਡੀਏਵੀ ਕਾਲਜ ਮਲੋਟ ਦੇ ਵਿੱਚ 7 ਪ੍ਰੋਜੈਕਟ ਕਰਨ ਦਾ ਮੌਕਾ ਮਿਲਿਆ ਔਰ ਐਟ ਪ੍ਰੈਜ਼ੈਂਟ ਜਦੋਂ ਕਿ ਅਸੀਂ ਰਿਟਾਇਰਮੈਂਟ ਦੇ ਨੇੜੇ ਹਾਂ, ਸਟਿਲ I am doing one major research project, economics of the cancer, because
कैंसर प्रॉब्लम इज मैक्सिमम इन मुक्तसर, फिरोजपुर, बठिंडा और मानसा। स्टिल आई एम डूइंग माई 8th प्रोजेक्ट। इसी ही तरीके नाल मैं अपनी लाइफ के विच जगदीप जी 300 तो ज़्यादा रिसर्च पेपर नैशनल इंटरनेशनल जर्नल के विच लिखे और बहुत अच्छी उन्होंने साइटेशन है। और अगर गूगल के जाके आके ऊपर दे रिसर्च पेपर की साइटेशन देखो, वो जो इंडेक्स है बहुत ज़्यादा हाई है। और इसी तरीके नाल मैं अपने कॉलेज के विच 17 कॉन्फ्रेंसिस कराइया, नैशनल लैवल दियां भी और इंटरनेशनल दियां। असी यूजीसी तो ICSSR तो पहला पैसा लैके आए, पैसा लैके और इसे कॉलेज के विच असी 17 मैं इंटरनेशनल नैशनल कॉन्फ्रेंसिस कराइया और इतों तक कि 95 नैशनल इंटरनेशनल कॉन्फ्रेंसिस ने जिहड़ियां राष्ट्रीय पद्धर से अंतरराष्ट्रीय पद्धर से मैं खुद जाके अपने रिसर्च पेपर प्रेजेंट किए। तो मैं 95 तो ज़्यादा रिसर्च पेपर वे वक्-वक् राष्ट्रीय और अंतरराष्ट्रीय पद्धर दी कॉन्फ्रेंसिस प्रेजेंट किए। बड़ी बारी सैशन चेयर करने का भी मौका मिलया। बहुत बारी मेरे रिसर्च पेपर हॉलैंड के विच, USA के विच, इंग्लैंड के विच, पाकिस्तान के विच भी एक्सैप्ट होए। तो अज भी जे तुसीं उन्हां दी प्रोसीडिंग्स करके देख लो तो आर के ऊपर का नाम उस विच जरूर होएगा। इत्थों तक भी ये भी सी कि मैं अपने कॉलेज के विच जिथे मैं अपनी डिवेलपमेंट की, अपने बच्चों के नाल भी पूरी तरह जुड़िया रहा। बच्चों को प्रमोट करने के लिए मैं 17 इंटर और इंट्रा कॉलेज डिबेट कंपीटिशन कराए और बिल्कुल करंट टॉपिक पे कराए। जो DAV कॉलेज मलोट है, एक समा सी हुण तां थोड़ा जिहा फर्क पै गया कि DAV कॉलेज मलोट कॉन्फ्रेंसिस के लिए जाना जाता सी, डिबेट कंपीटिशन के भी जाना जाता सी। असी कई बार एक साल के 3-3 बारी डिबेट कंपीटिशन कराया, 3-3 बारी इक्को साल के असी नैशनल कॉन्फ्रेंसिस कराई। इसी तरीके राही बहुत सारे नैशनल और इंटरनेशनल जर्नल ने जिन्हों के मैं एडिटोरियल बोर्ड के विच एज ए एडवाइज़र और एज ए एडिटर भी काम करता हूँ। इन्हां सारिया प्राप्तियों देखदिया होया पिछे जे मैंने एक कॉल आई ONG, एक बुक रिकॉर्ड है ONG महाराष्ट्र के विच कि जी तुसीं सानूं अपना बायोडाटा भेजो। अगर तुहाडा बायोडाटा सानूं सही लग्या, वी विल रजिस्टर योर नेम इन ONG बुक ऑफ रिकॉर्ड। जो मैं अपना बायोडाटा भेजा, मैंने दसदिया बड़ी खुशी हो रही है। उन्होंने कहा असीं तुहाडा नाम सिर्फ ONG बुक रिकॉर्ड में ही शामिल नहीं करांगे, रैदर एक होर बुक ऑफ रिकॉर्ड अमेजिंग इंडिया बुक ऑफ रिकॉर्ड। मेरे पहले 2 रिकॉर्ड ONG बुक ऑफ रिकॉर्ड और सैकेंड बना अमेजिंग इंडिया बैंक ऑफ बुक ऑफ रिकॉर्ड के विच बने। उस तो बाद थोड़ी जी मैंने खुशी होने लग गई कि जी मेरे काम में किसी ने रिकोगनाइज किया। फिर मैं वर्ल्ड बुक ऑफ UK जो कि गिनीज बुक ऑफ रिकॉर्ड भी इंग्लैंड के ने उतों है, सेम जो वर्ल्ड बुक ऑफ रिकॉर्ड है ये भी UK का है। मैं अपना उत्थे 72 बुक्स की लिस्ट भेजी। तुसीं हैरान होंगे, आफ्टर 1 मंथ मैंने एक मैसेज आया, योर नेम हैज बीन रजिस्टर्ड इन वर्ल्ड बुक ऑफ रिकॉर्ड्स। देन आई वॉज वेरी वेरी हैप्पी कि मेरी लाइफ के विच एक बहुत बड़ी अचीवमेंट सी। ये जो अवार्ड है ये है वर्ल्ड बुक ऑफ रिकॉर्ड इंग्लैंड का, जिन्हें मैंने 72 बुक्स में लिखियां तो मैंने ये अवार्ड मिला। फिर उन्होंने मैंने कहा कि जी तुसीं बुक्स लिखने तो अलावा तुसीं तुहाडीआं होर की प्राप्तियां ने। फिर इस तरीके से मैं पहला दस्सिया है कि मैं 300 तो ज़्यादा रिसर्च पेपर लिखे और बहुत बारी मैं डिबेट कंपीटिशन कराए, कॉन्फ्रेंसिस कराइया। उन्होंने देखदिया होया उन्होंने मेरा अलग अलग बायोडाटा मंगया। तो 5 टाइम्स तुसीं देख रहे हो कि
3 ਤਾਂ ਮੈਂ ਇਹ ਫਰੇਮ ਕਰਾਏ ਹੋਏ ਨੇ, 2 ਮੇਰੇ ਕੋਲ ਵੈਸੇ ਪਏ ਨੇ। ਤਾਂ 5 ਟਾਈਮਸ ਮੇਰਾ ਵਰਲਡ ਬੁੱਕ ਆਫ ਰਿਕਾਰਡ ਦੇ ਵਿੱਚ ਯੂਕੇ ਦੇ ਵਿੱਚ ਨਾਮ ਰਜਿਸਟਰ ਹੋਇਆ। ਇਸੇ ਤਰੀਕੇ ਨਾਲ ਹੀ ਵਰਲਡ ਬੁੱਕ ਆਫ ਰਿਕਾਰਡਸ USA ਹੈ, ਉਹਨਾਂ ਨੇ ਮੈਨੂੰ ਸਪੈਸ਼ਲ ਬੁੱਕਸ ਬਾਰੇ ਔਰ ਮੇਰੇ ਰਿਸਰਚ ਪੇਪਰ ਬਾਰੇ ਸਪੈਸ਼ਲ ਕੰਪਲੀਮੈਂਟ ਭੇਜੇ। ਮੈਂ ਉਸ ਆਰਗੇਨਾਈਜੇਸ਼ਨ ਦਾ ਬਹੁਤ ਹੀ ਸ਼ੁਕਰਗੁਜ਼ਾਰ। ਉਸ ਤੋਂ ਬਾਅਦ ਮੈਂ ਏਸ਼ੀਆ ਬੁੱਕ ਆਫ ਰਿਕਾਰਡਸ ਦੇ ਵਿੱਚ ਆਪਣੇ ਅਚੀਵਮੈਂਟ ਭੇਜੀਆਂ। ਜਿੰਨੀਆਂ ਵੀ ਮੈਂ ਆਪਣੀਆਂ ਅਚੀਵਮੈਂਟ ਭੇਜੀਆਂ, ਚਾਹੇ ਉਹ ਬੁੱਕਸ ਦੀ ਲਿਸਟ ਸੀ ਜਾਂ ਰਿਸਰਚ ਪੇਪਰ ਸੀ ਜਾਂ ਡਿਬੇਟ ਕਰਵਾਉਣ ਦੀ ਸੀ, 5 ਟਾਈਮਸ ਮੇਰਾ ਨਾਮ ਏਸ਼ੀਆ ਬੁੱਕ ਆਫ ਰਿਕਾਰਡਸ ਦੇ ਵਿੱਚ ਨਾਮ ਰਜਿਸਟਰਡ ਹੋ ਚੁੱਕਿਆ ਹੈ। ਇੱਥੇ ਥੋੜੀ ਜਗ੍ਹਾ ਘੱਟ ਹੈ, ਇਸ ਕਰਕੇ ਅਸੀਂ ਜ਼ਿਆਦਾ ਉਸ ਨੂੰ ਡਿਸਪਲੇ ਨਹੀਂ ਕਰ ਪਾ ਰਹੇ। ਔਰ ਉਸ ਤੋਂ ਬਾਅਦ ਇੰਡੀਆ ਬੁੱਕ ਆਫ ਰਿਕਾਰਡਸ, ਜਿਤਨੀਆਂ ਮੇਰੀਆਂ ਅਚੀਵਮੈਂਟਸ ਨੇ 7 ਕੈਟਾਗਰੀ 'ਚ ਮੇਰੀਆਂ ਅਚੀਵਮੈਂਟਸ ਨੇ, 7 ਦੇ 7 ਟਾਈਮ ਮੇਰਾ ਨਾਮ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਰਜਿਸਟਰਡ ਹੋ ਚੁੱਕਿਆ ਹੈ। ਇਸ ਤੋਂ ਬਾਅਦ ਇੰਟਰਨੈਸ਼ਨਲ ਬੁੱਕ ਆਫ ਰਿਕਾਰਡਸ ਹੈ। ਤੁਸੀਂ ਹੈਰਾਨ ਹੋਵੋਗੇ, 11 ਵਾਰ ਮੇਰਾ ਨਾਮ ਅਕੈਡੈਮਿਕਸ ਦੇ ਵਿੱਚ ਇੰਟਰਨੈਸ਼ਨਲ ਬੁੱਕ ਆਫ ਰਿਕਾਰਡ ਦੇ ਵਿੱਚ ਰਜਿਸਟਰਡ ਹੋ ਚੁੱਕਿਆ ਹੈ। ਇੰਨੀਆਂ ਪ੍ਰਾਪਤੀਆਂ ਦੇਖਦਿਆਂ ਹੋਇਆਂ ਮੈਨੂੰ ਸਾਡੇ ਆਪਣੇ ਲੋਕਲ ਸ਼ਹਿਰ ਦੇ ਵਿੱਚ ਮਲੋਟ ਲਾਈਵ ਇੱਕ ਚੈਨਲ ਹੈ, ਉਹਨਾਂ ਨੇ ਵੀ ਇਸ ਤੋਂ ਮੋਟੀਵੇਟ ਹੋ ਕੇ ਇੱਕ ਬੁੱਕ ਸ਼ੁਰੂ ਕੀਤੀ, ਮਲੋਟ ਬੁੱਕ ਆਫ ਰਿਕਾਰਡਸ। ਮੈਨੂੰ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ। ਮੈਂ ਉਸ ਆਰਗੇਨਾਈਜੇਸ਼ਨ ਦਾ ਥੈਂਕਸ ਵੀ ਕਰਦਾ ਕਿ ਸਭ ਤੋਂ ਪਹਿਲਾਂ ਜੋ ਮੇਰਾ ਨਾਮ ਉਹਨਾਂ ਨੇ ਮਲੋਟ ਬੁੱਕ ਆਫ ਰਿਕਾਰਡ ਦੇ ਵਿੱਚ ਰਜਿਸਟਰਡ ਕੀਤਾ। ਔਰ ਅੱਜ ਤੋਂ 15 ਦਿਨ ਪਹਿਲਾਂ ਮੈਨੂੰ ਗਿਨੀਜ਼ ਬੁੱਕ ਆਫ ਰਿਕਾਰਡ ਔਰ ਲਿਮਕਾ ਬੁੱਕ ਆਫ ਰਿਕਾਰਡ, ਜਿਹੜੇ ਬਹੁਤ ਹੀ ਫੇਮਸ ਨੇ, ਉਹਨਾਂ ਵੱਲੋਂ ਵੀ ਕਾਲ ਆਈ ਕਿ ਯੂ ਸੈਂਡ ਯੂਅਰ ਅਚੀਵਮੈਂਟਸ। ਨਾਓ ਆਈ ਹੈਵ ਸਬਮਿਟਡ ਮਾਈ ਆਲ academic achievements, Guinness Book of Records and Limca Book of Records, and I hope very soon I will get the reward. मैं आज फोकस टाइम्स इंडिया ਦੀ ਸਾਰੀ ਟੀਮ ਦਾ ਦਿਲੋਂ ਉੱਪਰ ਸਰ ਹੁਣ ਤੁਹਾਡੀ ਨਵੀਂ ਬੁੱਕ ਜਿਹੜੀ ਪਬਲਿਸ਼ ਹੋ ਰਹੀ ਹੈ, ਕਿਹੜੀ ਬੁੱਕ ਹੈ ਤੁਹਾਡੀ ਪਬਲਿਸ਼ ਹੋ ਰਹੀ ਹੈ ਜੀ? ਦੇਖੋ ਜਗਦੀਪ ਜੀ, ਮੇਰੀਆਂ 72 ਬੁੱਕਸ ਪਹਿਲੇ ਮਾਰਕੀਟ 'ਚ ਆ ਚੁੱਕੀਆਂ ਨੇ ਤੇ ਕੱਲ ਹੀ ਮੇਰੀ ਲੇਟੈਸਟ ਬੁੱਕ ਆਈ ਹੈ, ਅਗੇਨ ਇਟ ਇਜ਼ ਔਨ ਬੈਂਕਿੰਗ, ਈ ਸਰਵਿਸਿਜ਼ ਇਨ ਬੈਂਕਸ, ਕਸਟਮਰ ਪਰਸੈਪਸ਼ਨ, ਲੈਵਲ ਆਫ ਅਵੇਅਰਨੈਸ ਐਂਡ ਕੰਜ਼ਿਊਮਰ ਪ੍ਰੋਟੈਕਸ਼ਨ ਇਨ ਈ-ਏਜ। ਦਿਸ ਇਜ਼ ਮਾਈ ਲੇਟੈਸਟ ਬੁੱਕ। ਤੇ ਉੱਪਰ ਸਰ ਤੁਸੀਂ ਬੁੱਕਸ ਛਾਪ ਰਹੇ ਹੋ, ਲੋਕ ਜਿਹੜੇ ਸਟੂਡੈਂਟ ਹੈ ਉਹਨਾਂ ਨੂੰ ਵੀ ਜਾਗਰੂਕ ਕਰ ਰਹੇ ਹੋ, ਆਪਦੀਆਂ ਬੁੱਕਸ ਰਾਹੀਂ ਵਧੀਆ ਇਹਨਾਂ ਨੂੰ ਟਿਪਸ ਦੇ ਕੇ ਜਾਗਰੂਕ ਕਰ ਰਹੇ ਹੋ। ਲੇਕਿਨ ਜੋ ਅੱਜ ਦੀ ਜਨਰੇਸ਼ਨ ਹੈ, ਜਿਵੇਂ ਤੁਸੀਂ ਸਟੈਪ ਬਾਏ ਸਟੈਪ ਚੜ੍ਹ ਕੇ 6000 ਤੋਂ ਸਟਾਰਟ ਕਰਕੇ ਅੱਜ ਇਸ ਮੁਕਾਮ ਤੇ ਪਹੁੰਚ ਚੁੱਕੇ ਹੋ, ਤੁਸੀਂ ਆਪਦੇ ਆਪ 'ਚ ਸੈਟੀਸਫਾਈ ਵੀ ਹੋ। ਲੇਕਿਨ ਅੱਜ ਦੀ ਜੋ ਜਨਰੇਸ਼ਨ ਹੈ, ਬਲਕਿ ਸਟੈਪ ਬਾਏ ਸਟੈਪ ਚੜ੍ਹਨ ਦੇ ਇੱਕੋ ਵਾਰ ਛਾਲ ਮਾਰ ਕੇ ਉਹ ਸਕਸੈਸ ਪਾਉਣਾ ਚਾਹੁੰਦੀ ਹੈ, ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਦੇਖੋ ਜਗਦੀਪ ਜੀ, ਮੇਰੀ ਜ਼ਿੰਦਗੀ ਦਾ ਇਹ ਇੱਕ ਬਹੁਤ ਵੱਡਾ ਤਜਰਬਾ ਹੈ ਕਿ ਇਨਸਾਨ ਨੂੰ ਪੇਸ਼ੈਂਸ ਰੱਖਣੀ ਚਾਹੀਦੀ ਹੈ, ਧੀਰਜ ਰੱਖਣਾ ਚਾਹੀਦਾ ਹੈ, ਸਟੈਪ ਬਾਏ ਸਟੈਪ ਚੱਲਣਾ ਚਾਹੀਦਾ ਹੈ। ਜੇ ਕੋਈ ਕਹੇ ਕਿ ਮੈਂ ਇੱਕਦਮ ਉੱਪਰ ਚਲਾ ਜਾਵਾਂ, ਇੱਕਦਮ ਕੋਈ ਉੱਪਰ ਨਹੀਂ ਜਾਂਦਾ। ਜ਼ਿੰਦਗੀ ਦੇ ਵਿੱਚ ਈਮਾਨਦਾਰੀ ਨਾਲ, ਮਿਹਨਤ ਨਾਲ ਕੰਮ ਕਰੋ। ਅਗਰ ਜ਼ਿੰਦਗੀ ਦੇ ਵਿੱਚ ਇੱਕ ਸਹੀ ਰਸਤਾ ਚੁਣ ਲਿਆ ਤਾਂ ਫਿਰ ਭਟਕਣਾ ਨਹੀਂ ਹੈ। ਚਾਹੇ ਤੁਹਾਨੂੰ ਕੋਈ ਕੀ ਕਹਿੰਦਾ ਹੈ, ਤੁਸੀਂ ਪਿੱਛੇ ਮੁੜ ਕੇ ਨਹੀਂ ਦੇਖਣਾ। ਤੁਸੀਂ ਆਪਣੀ ਮਿਹਨਤ ਦੇ ਉੱਪਰ, ਆਪਣੀ ਕੰਮ ਕਰਨ ਦੀ ਸ਼ਕਤੀ ਦੇ ਉੱਪਰ ਪੂਰਾ ਵਿਸ਼ਵਾਸ ਰੱਖਣਾ ਹੈ। ਮੇਰਾ ਪੂਰਾ ਯਕੀਨ ਹੈ ਕਿ ਪਰਮਾਤਮਾ ਵੀ ਉਸ ਦੇ ਸਾਥ ਦਿੰਦਾ ਜਿਹੜਾ ਆਪ ਖੁਦ ਕੋਸ਼ਿਸ਼ ਕਰਦਾ ਹੈ। ਅਸੀਂ ਇਕੱਲਿਆਂ ਨੇ ਇੱਥੇ ਕੰਮ ਸ਼ੁਰੂ ਕੀਤਾ ਸੀਗਾ ਤੇ ਅਸੀਂ ਕਿਤੇ ਦੇਖੇ ਨਹੀਂ ਕੋਈ ਕੀ ਕਹਿੰਦਾ ਹੈ, ਤੇ ਅੱਜ ਇਸ ਮੁਕਾਮ ਤੱਕ ਆਏ। ਤਾਂ ਮੈਂ ਅੱਜ ਦੇ ਯੂਥ ਨੂੰ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਜ਼ਿੰਦਗੀ ਦੇ ਵਿੱਚ ਮਿਹਨਤ ਨਾਲ ਕੰਮ ਕਰੋ, ਈਮਾਨਦਾਰੀ ਦੇ ਨਾਲ ਕੰਮ ਕਰੋ। ਕੰਮ ਦਾ ਜਿਹੜਾ ਫਲ ਹੈ ਉਹ ਪਰਮਾਤਮਾ ਤੇ ਛੱਡ ਦਿਓ। ਅੱਜ ਜੋ ਹਿੰਦੁਸਤਾਨ ਦੇ ਵਿੱਚ ਕਿ ਸਾਰੇ ਵਰਲਡ ਦੇ ਵਿੱਚ ਜੋ IT ਇੱਕਦਮ ਆ ਗਈ ਹੈ, IT ਦੇ ਆਉਣ ਦੇ ਨਾਲ ਕੰਮ ਤਾਂ ਸਾਡਾ ਬਹੁਤ ਸੌਖਾ ਹੋ ਗਿਆ ਹੈ, ਪਰ ਜਿਹੜੀਆਂ ਅਸੀਂ ਸਮਾਜਿਕ ਕਦਰਾਂ ਕੀਮਤਾਂ ਉਹ ਭੁੱਲਦੇ ਜਾ ਰਹੇ ਹਾਂ, ਆਪਣੇ ਮਾਂ-ਬਾਪ ਨੂੰ
ਭੁੱਲਦੇ ਜਾ ਰਹੇ ਆ। ਮੇਰਾ ਅੱਜ ਫੋਕਸ ਟਾਈਮ ਚੈਨਲ ਤੋਂ ਇਹੀ ਮੈਸੇਜ ਹੈ ਯੂਥ ਦੇ ਲਈ ਕਿ ਕੰਮ ਕਰੋ, ਮਿਹਨਤ ਕਰੋ, ਪਰਮਾਤਮਾ ਤੇ ਵਿਸ਼ਵਾਸ ਰੱਖੋ। ਅਗਰ ਇੱਕ ਵਾਰ ਤੁਸੀਂ ਅਸਫਲ ਹੋ ਜਾਂਦੇ ਹੋ ਤਾਂ ਉਸ ਨੂੰ ਵੀ ਸਫਲਤਾ ਮੰਨ ਕੇ ਚੱਲਣਾ ਹੈ। ਤੁਸੀਂ ਉਸ ਨੂੰ ਐਨਾਲਾਈਜ਼ ਕਰਨਾ ਕਿ ਅੱਜ ਜੇ ਮੈਂ ਅਸਫਲ ਹੋਇਆ ਤਾਂ ਕਿਉਂ ਹੋਇਆ। ਜ਼ਿੰਦਗੀ ਦੇ ਵਿੱਚ ਹਰ ਰੋਜ਼ ਜ਼ਰੂਰ 5-10 ਮਿੰਟ ਨਿਕਾਲਿਆ ਕਰੋ, ਦੇਖਿਆ ਕਰੋ ਕਿ ਜੇ ਅਸੀਂ ਸਾਰੇ ਦਿਨ ਵਿੱਚ ਕੀ ਚੰਗਾ ਕੰਮ ਕੀਤਾ, ਕੀ ਮਾੜਾ ਕੀਤਾ। ਅਗਰ ਤੁਸੀਂ ਮਾੜੇ ਕੰਮ ਮਾਈਨਸ ਕਰਦੇ ਜਾਓ ਤਾਂ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇੱਕ ਦਿਨ ਤੁਸੀਂ ਬਹੁਤ ਅੱਛੇ ਸਫਲ ਇਨਸਾਨ ਬਣੋਗੇ। ਤੇ ਜੋ ਉੱਪਰ ਸਰ ਅੱਜ ਕੱਲ ਜੋ ਬਿਮਾਰੀ ਚੱਲ ਰਹੀ ਹੈ ਕਰੋਨਾ ਵਾਇਰਸ, ਜੀ ਪੂਰੇ ਦੇਸ਼ ਨੂੰ ਉਹਨੇ ਚਪਟ ਚ ਲਿਆ ਹੈ, ਪੂਰੇ ਦੇਸ਼ ਨੂੰ ਕੀ ਆਲ ਓਵਰ ਵਰਲਡ ਨੂੰ ਚਪੇਟ ਚ ਲਿਆ ਹੈ ਜੀ। ਉਹਨਾਂ ਬਾਰੇ ਅੱਜ ਕੱਲ ਦੇ ਲੋਕ ਜਿਵੇਂ ਇੰਡੀਆ ਵਿੱਚ ਦਿਨੋਂ ਦਿਨ ਉਹਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ, ਉਹ ਲੋਕਾਂ 'ਚ ਅਵੇਅਰਨੈਸ ਦੀ ਕਮੀ ਹੈ ਜਾਂ ਲੋਕ ਆਪਣੇ ਆਪ ਨੂੰ ਕਹਿ ਰਹੇ ਨੇ ਵੀ ਇਹ ਕੋਈ ਚੀਜ਼ ਨਹੀਂ, ਕਰੋਨਾ ਕੋਈ ਬਿਮਾਰੀ ਨਹੀਂ, ਜਾਂ ਉਹਦੇ ਤੋਂ ਜਾਗਰੂਕ ਨਹੀਂ ਹਨ। ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਕਰੋਨਾ ਦੀ ਜਿਹੜੀ ਸਮੱਸਿਆ ਹੈ ਇਹ ਐਕਚੁਅਲੀ ਦਸੰਬਰ 2019 'ਚ ਸ਼ੁਰੂ ਹੋ ਚੁੱਕੀ ਸੀ। ਉਹ ਗੱਲ ਅਲੱਗ ਹੈ ਕਿ ਅਸੀਂ ਮਾਰਚ ਦੇ ਵਿੱਚ ਜਾ ਕੇ ਮਾਰਚ 2020 ਦੇ ਵਿੱਚ ਸਾਡੇ ਆਨਰੇਬਲ ਪ੍ਰਾਈਮ ਮਿਨਿਸਟਰ ਸ਼੍ਰੀ ਨਰਿੰਦਰ ਮੋਦੀ ਜੀ ਨੇ ਇਸ ਨੂੰ ਰਿਕੋਗਨਾਈਜ਼ ਕੀਤਾ ਕਿ ਹਿੰਦੁਸਤਾਨ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਖਤਰਨਾਕ ਬਿਮਾਰੀ ਆ ਰਹੀ ਹੈ ਕਿ ਜਿਸ ਨੂੰ ਕੰਟਰੋਲ ਕਰਨਾ ਬੜਾ ਮੁਸ਼ਕਲ ਹੋ ਰਿਹਾ ਹੈ। ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਬਹੁਤ ਹੀ ਮਿਹਨਤ ਦੇ ਨਾਲ ਉਹਨਾਂ ਨੇ ਐਫਰਟਸ ਕੀਤੇ ਕਿ ਕਿਸੇ ਤਰੀਕੇ ਰਾਹੀਂ ਇਹ ਬਿਮਾਰੀ ਕੰਟਰੋਲ ਹੋ ਜਾਏ, ਪੂਰਾ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ। ਅਨਫੋਰਚੂਨੇਟਲੀ ਇਹ ਵਾਇਰਸ ਹੀ ਐਸਾ ਹੈ ਕਿ ਕਦੇ ਕਿਸੇ ਨੂੰ ਸਾਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਕਿਸ ਨੂੰ ਉਹ ਵਾਇਰਸ ਹੋ ਜਾਣਾ ਹੈ। ਲੇਕਿਨ ਮੈਂ ਇੱਥੇ ਇਹ ਗੱਲ ਜ਼ਰੂਰ ਕਹਿਣਾ ਚਾਹਾਂਗਾ ਕਿ ਚਾਹੇ ਉਹ ਸਟੇਟ ਗਵਰਨਮੈਂਟ ਹੈ, ਪੰਜਾਬ ਦੇ ਵਿੱਚ ਹੈ ਅਮਰਿੰਦਰ ਸਿੰਘ ਨੇ, ਔਰ ਚਾਹੇ ਕੇਂਦਰ ਦੇ ਵਿੱਚ ਸ਼੍ਰੀ ਨਰਿੰਦਰ ਮੋਦੀ ਜੀ ਹੈ, ਜਿਤਨੇ ਉਹਨਾਂ ਨੇ ਐਫਰਟਸ ਲੋਕਾਂ ਨੂੰ ਪ੍ਰੋਟੈਕਟ ਕਰਨ ਦੇ ਲਈ ਕੀਤੇ ਹੈ, ਸ਼ਾਇਦ ਕਦੇ ਇੰਨੇ ਐਫਰਟਸ ਨਾ ਹੋਏ ਹੋਣ। ਜਿਹੜੀ ਦੂਸਰੀ ਗੱਲ ਹੈ ਕਿ ਲੋਕਾਂ ਨੂੰ ਅਵੇਅਰਨੈਸ ਨਹੀਂ ਹੈ ਕਿ ਅੱਜ ਕੱਲ੍ਹ ਇੰਨੇ ਕੇਸ ਕਿਉਂ ਵੱਧ ਰਹੇ। ਅੱਜ ਕੱਲ੍ਹ ਜਗਦੀਪ ਜੀ ਇੰਨੇ ਕੇਸ ਵਧਣ ਦਾ ਸਭ ਤੋਂ ਬੜਾ ਕਾਰਨ ਹੈ ਕਿ ਟੈਸਟਿੰਗ ਜ਼ਿਆਦਾ। ਪਹਿਲਾਂ ਟੈਸਟਿੰਗ ਇੰਨੀ ਹੁੰਦੀ ਨਹੀਂ ਸੀ। ਪਹਿਲਾਂ ਇੱਕ ਗਲੀ ਦੇ ਵਿੱਚ ਕਿਸੇ ਨੂੰ ਕਰੋਨਾ ਦੀ ਪ੍ਰੋਬਲਮ ਆ ਗਈ, ਸਾਰੀ ਗਲੀ ਬਲੌਕ ਕਰ ਦਿੰਦੇ ਸੀਗੇ। ਪਰ ਹੁਣ ਲੋਕ ਡਰਦੇ ਨਹੀਂ ਹੈ, ਗਵਰਨਮੈਂਟ ਵੀ ਨਹੀਂ ਡਰਦੀ ਹੈ। ਗਵਰਨਮੈਂਟ ਵੀ ਸਕੂਲ ਕਾਲਜ ਖੋਲ੍ਹਣ ਲੱਗੀ ਹੈ, ਸਾਰੇ ਡਿਪਾਰਟਮੈਂਟ ਖੋਲ੍ਹ ਦਿੱਤੇ ਆਲਮੋਸਟ ਉਹਨਾਂ ਨੇ ਕਿ ਇਸ ਬਿਮਾਰੀ ਤੋਂ ਡਰਨਾ ਨਹੀਂ, ਇਸ ਬਿਮਾਰੀ ਦਾ ਅਸੀਂ ਚੰਗੀ ਤਰ੍ਹਾਂ ਮੁਕਾਬਲਾ ਕਰਨਾ ਹੈ। ਮੈਨੂੰ ਪੂਰੀ ਉਮੀਦ ਹੈ ਕਿ ਸਮੱਸਿਆ ਤਾਂ ਬਹੁਤ ਗਹਿਰੀ ਹੈ ਇਹ ਕਿ ਜਿਸ ਪਰਿਵਾਰ ਦੇ ਵਿੱਚ ਇਹ ਪ੍ਰੋਬਲਮ ਆ ਜਾਂਦੀ ਹੈ ਉਸ ਪਰਿਵਾਰ ਨੂੰ ਇਹਦਾ ਪਤਾ ਲੱਗਦਾ ਕਿ ਕੀ ਸਮੱਸਿਆ ਹੈ। ਪਰ ਪਰਮਾਤਮਾ ਮਿਹਰ ਕਰੇਗਾ, ਬਹੁਤ ਜਲਦੀ ਅਸੀਂ ਕਰੋਨਾ ਦੀ ਸਮੱਸਿਆ ਤੋਂ ਕਵਰ ਕਰ ਪਾਵਾਂਗੇ। ਔਰ ਅੱਜ ਹਿੰਦੁਸਤਾਨ ਦੀ ਇਕੱਲਾ ਬਿਜ਼ਨਸ ਹੀ ਨਹੀਂ ਤਬਾਹ ਹੋਇਆ, ਸਿੱਖਿਆ ਦਾ ਖੇਤਰ ਵੀ ਬਿਲਕੁਲ ਡਿਸਟਰੋਏ ਹੋ ਚੁੱਕਿਆ ਹੈ। ਮੈਂ ਐਜੂਕੇਸ਼ਨ ਡਿਪਾਰਟਮੈਂਟ ਨਾਲ ਜੁੜਿਆ ਹੋਇਆ ਹਾਂ। ਸਾਡਾ ਵੀ ਕਾਲਜ ਦੇ ਵਿੱਚ ਬੱਚਿਆਂ ਤੋਂ ਬਿਨਾਂ ਜੀ ਨਹੀਂ ਲੱਗਦਾ। ਜੋ ਮਜ਼ਾ ਪੜ੍ਹਾਉਣ ਦਾ, ਫਿਜ਼ੀਕਲੀ ਪੜ੍ਹਾਉਣ ਦਾ ਆਉਂਦਾ ਹੈ, ਉਹ ਆਨਲਾਈਨ ਦਾ ਉਹਨਾਂ ਮਜ਼ਾ ਸਾਨੂੰ ਨਹੀਂ ਆਉਂਦਾ। ਪਰ ਅੱਜ ਇਸ ਚੈਨਲ ਦੇ ਰਾਹੀਂ ਮੈਂ ਇਹ ਕਹਿਣਾ ਚਾਹਾਂਗਾ ਕਿ ਪਰਮਾਤਮਾ ਬਹੁਤ ਜਲਦੀ ਸਾਡੇ ਲੋਕਾਂ 'ਤੇ ਮਿਹਰ ਕਰੇਗਾ ਔਰ ਇਹ ਜੋ ਬਿਮਾਰੀ ਭਿਆਨਕ ਹਿੰਦੁਸਤਾਨ 'ਚ ਫੈਲੀ ਹੈ, ਜਲਦੀ ਤੋਂ ਜਲਦੀ ਇਹ ਖਤਮ ਹੋ ਜਾਏਗੀ। ਇਹ ਮੇਰੀ ਪਰਮਾਤਮਾ ਦੀ ਦੁਆ ਹੈ। ਇਹ ਸਨ ਸਾਡੇ ਸ਼੍ਰੀ ਆਰ ਕੇ ਉੱਪਲ ਜੀ, ਜੋ ਕਿ ਕੋਹੀਨੂਰ ਹੀਰਾ ਹੀ ਹਨ, ਜਿਨ੍ਹਾਂ ਨੂੰ ਸਾਡੇ ਨਾਲ ਗੱਲਬਾਤ ਕਰਕੇ ਸਾਨੂੰ ਵੀ ਉਹਨਾਂ ਮਾਣ ਮਹਿਸੂਸ ਹੋ ਰਿਹਾ ਹੈ। ਇਹਨਾਂ ਨਾਲ ਗੱਲਬਾਤ ਕਰਕੇ, ਇਹਨਾਂ ਨਾਲ ਡਿਬੇਟ ਕਰਕੇ ਤੇ ਸਾਨੂੰ ਵੀ ਬਹੁਤ ਜਾਣਕਾਰੀ ਮਿਲੀ ਹੈ ਹਰ ਪੱਖ ਦੇ ਵਿੱਚ। ਤੇ ਅਸੀਂ ਆਪਣੇ ਦਰਸ਼ਕਾਂ ਅੱਗੇ ਵੀ ਬੇਨਤੀ ਕਰਦੇ ਹਾਂ, ਤੁਸੀਂ ਵੀ ਇਹਨਾਂ ਦੀ ਇਸ ਡਿਬੇਟ ਤੋਂ ਪੂਰੀ ਜਾਣਕਾਰੀ ਹਾਸਲ ਕਰੋਗੇ ਤੇ ਆਪਣੇ ਜੀਵਨ ਨੂੰ ਸਫਲ ਬਣਾਓਗੇ। ਧੰਨਵਾਦ ਤੁਹਾਡਾ ਬਹੁਤ ਬਹੁਤ ਆਰ ਕੇ ਉੱਪਲ ਜੀ। Once again, I am very thankful to the whole members of Focus Time channel. Once again, I am thankful Mr. Jagdeep and Goldie. Thank you so much.